जिस पास बैठिया सोहिਐ सबना दास साहो। सतनाम श्री वाहिगुरु साहिब जी। सोरठ महला पंजवा। अबनासी जीवन को दाता सिमरत सब मल खोई। गुण निधान भगतन को बरतन बिरला पावै कोई। अबनासी जीवन को दाता सिमरत सब मल खोई। गुण निधान भगतन को बरतन बिरला पावै कोई। मेरे मन जप गुर गोपाल प्रभ सोई। जाकी शरण पया सुख पाइयै बहुड़ दुख ना होई। रहाओ वड भागी साधु संग प्राप्त तिन भेटत दुर्मत खोई। तिन की धूर नानक दास बासै जिन हर नाम हृदय परोई। वड भागी साध संग प्राप्त तिन भेटत दुर्मत खोई। तिन की धूर नानक दास बासै जिन हर नाम हृदय परोई। वाहिगुरु जी का खालसा वाहिगुरु जी की फतेह। चवर छतर तख्त दे मालक हाजर नाजर प्रतख गुरु दसां पातशाहियां दी जोत ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਦ ਸੰਗਤ ਜੀ। ਬੜੇ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਬਾਣੀ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਸੰਗਤ ਦੇ ਦਰਸ਼ਨ ਦਿਦਾਰੇ ਗੁਰੂ ਘਰ ਦੀ ਸੇਵਾ ਇਹ ਅਮੋਲਕ ਦਾਤਾਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਹੀ ਬਖਸ਼ਦੇ ਹਨ ਜਿਨ੍ਹਾਂ ਤੇ ਕਿਰਪਾ ਹੈ। ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਬਖਸ਼ਣਾ ਹੈ। ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਇਹ ਬਖਸ਼ਿਸ਼ ਹੈ ਸਤ ਸੰਗਤ ਜੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤਖਤਾਂ ਤੇ ਬਿਰਾਜਮਾਨ ਹੋਏ ਦੀਵਾਨ ਸੱਜੇ। ਨਿਤਨੇਮ ਦੀਆਂ ਬਾਣੀਆਂ ਦਾ ਜਾਪ ਹੋਇਆ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤਰੁੱਠ ਕਰਕੇ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਜੋ ਹੁਕਮ ਸਤਿਗੁਰਾਂ ਜੀ ਨੇ ਝੋਲੀ 'ਚ ਪਾਇਆ ਹੈ
ਬਾਣੀ ਦੇ ਉਚਾਰਨ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਮਝਾਉਣਾ ਕੀਤਾ ਹੈ ਕਿ ਜਦੋਂ ਨਾਮ ਹਿਰਦੇ 'ਚ ਵਸ ਜਾਂਦਾ ਹੈ, ਜਦੋਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਬਿਰਤੀ ਜੁੜ ਜਾਂਦੀ ਹੈ, ਸਾਡਾ ਜਿਹੜਾ ਚਿੰਤਨ ਹੈ, ਸਾਡੇ ਚਿੱਤ ਦੇ ਵਿੱਚ ਪਰਮਾਤਮਾ ਦੀ ਯਾਦ ਹਮੇਸ਼ਾ ਚੱਲਦੀ ਹੈ, ਧਿਆਨ ਗੁਰ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਉਸ ਵੇਲੇ ਕੀ ਕਿਰਪਾ ਵਰਤਦੀ ਹੈ, ਕਿਹੜੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਜਾਂ ਕਹਿ ਲਓ ਕਿ ਨਾਮ ਜਪਣ ਦਾ, ਸਿਮਰਨ ਕਰਨ ਦਾ, ਬਾਣੀ ਸੁਣਨ ਦਾ ਕੀ ਲਾਭ ਹੈ। ਅੱਜ ਦੇ ਪਾਵਨ ਹੁਕਮਨਾਮੇ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਗੇ। ਸਾਰੀ ਸੰਗਤ ਜੁੜਨ ਦਾ ਯਤਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ ਮਹੱਲਾ ਸਰੂਪ ਪਾਤਸ਼ਾਹ ਦਾ ਵਾਚਕ ਹੁੰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਦੇ ਪੰਜਵੇਂ ਵਾਰਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਧਰਨ ਗਗਨ ਨਵਖੰਡ ਮਹਿ ਜੋਤ ਸਭ ਰੂਪੀ ਰਹਿਓ ਭਾਰ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੀ। ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ। ਅਬਿਨਾਸੀ ਸ਼ਬਦ ਦੇ ਅਰਥ ਹਨ ਜੋ ਨਾਸ਼ ਤੂੰ ਰਹਿਤ ਹੈ, ਜੋ ਸਦੀਵੀ ਹੈ, ਜਿਹਦਾ ਅੰਤ ਨਹੀਂ ਹੈ, ਤੇ ਉਹ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੀ ਹੈ, ਜਿਸ ਦੇ ਪਰਥਾਏ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਬਿਨਾਸੀ ਹੈ ਜੀਵਨ ਤੂੰ ਭਾਵ ਹੈ ਬਹੁ ਵਚਨ। ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਸਾਰਿਆਂ ਦਾ ਹੈ, ਉਹ ਕਿਸੇ ਇੱਕ ਦਾ ਨਹੀਂ, ਕਿਸੇ ਇੱਕ ਫਿਰਕੇ ਦਾ ਨਹੀਂ, ਕਿਸੇ ਇੱਕ ਜਾਤ ਦਾ ਨਹੀਂ, ਕੇਵਲ ਮਾਇਆ ਧਾਰੀਆਂ ਦਾ ਨਹੀਂ, ਉਹ ਸਾਰਿਆਂ ਦਾ ਹੈ। ਉਹ ਸਾਰਿਆਂ ਦਾ ਦਾਤਾ ਹੈ। ਅਬਿਨਾਸੀ ਜੀਵਨ ਕੋ ਦਾਤਾ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ। ਸਿਮਰਤ ਸਿਮਰਤ ਕੀ ਹੈ? ਸਾਡੇ ਹਿਰਦੇ 'ਚ ਚੱਲ ਕੀ ਰਿਹਾ ਹੈ? ਸਾਡੇ ਹਿਰਦੇ 'ਚ ਚੱਲ ਕੀ ਰਿਹਾ ਹੈ? ਜੋ ਚੱਲ ਰਿਹਾ ਹੈ ਨਾ ਉਹ ਸਿਮਰਤੀ ਹੈ, ਜੋ ਚੱਲ ਰਿਹਾ ਹੈ ਉਹ ਸਿਮਰਨ ਹੈ। ਇਹ ਅਸੀਂ ਝਾਤੀ ਮਾਰਨੀ ਹੈ ਕਿ ਸਾਡੇ ਹਿਰਦੇ 'ਚ ਦੁਨਿਆਵੀ ਵਿਚਾਰਾਂ ਚੱਲਦੀਆਂ ਹਨ, ਸਾਡੇ ਹਿਰਦੇ 'ਚ ਕਿਸੇ ਦੀ ਨਿੰਦਾ ਚੁਗਲੀ ਚੱਲਦੀ ਹੈ, ਕਿ ਜਾਂ ਸਾਡੇ ਹਿਰਦੇ 'ਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਚੱਲਦਾ ਹੈ। ਇਹ ਸਾਨੂੰ ਹੀ ਪਤਾ ਹੈ। ਜਾਂ ਰੱਬ ਜਾਣਦਾ ਤੇ ਜਾਂ ਬੰਦਾ ਆਪ ਜਾਣਦਾ ਹੈ। ਸਤ ਸੰਗਤ ਜੀ, ਇਹ ਆਪਾਂ ਆਪ ਝਾਤੀ ਮਾਰਨੀ ਹੈ ਕਿ ਸਾਡੇ ਹਿਰਦੇ 'ਚ ਕੀ ਵਸਦਾ ਹੈ, ਕੀ ਚੱਲਦਾ ਹੈ, ਅਸੀਂ ਕੀ ਸੋਚਦੇ ਹਾਂ। ਤੇ ਜਦੋਂ ਪਰਮਾਤਮਾ ਦੀ ਯਾਦ ਸਾਡੇ ਹਿਰਦੇ 'ਚ ਵਸ ਗਈ, ਜਦੋਂ ਪਰਮਾਤਮਾ ਦਾ ਚੇਤਨ ਸਾਡੇ ਹਿਰਦੇ ਦੇ ਵਿੱਚ ਚੱਲ ਪਿਆ, ਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਭਲਿਆ ਉਹਦਾ ਫਾਲੀ ਸਭ ਮਲ ਖੋਈ।
ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੇਗਾ ਨਾ ਤੇ ਸਭ ਬਹੁ ਵਚਨ ਹੈ, ਸਾਰੀਆਂ ਹੀ ਮੈਲਾਂ ਦੂਰ ਹੋ ਜਾਣਗੀਆਂ। ਮਤ ਕਰਕੇ ਮੈਲੇ ਹਾਂ, ਸਰੀਰ ਕਰਕੇ ਮੈਲੇ ਹਾਂ, ਕਰਮਾਂ ਕਰਕੇ ਮੈਲੇ ਹਾਂ, ਬੁੱਧੀ ਕਰਕੇ ਮੈਲੇ ਹਾਂ, ਸੁਣਨੀ ਵੇਖਣੀ ਖਾਣੀ ਸਭ ਕੁਝ ਹੀ ਮੈਲਾ ਹੋਇਆ ਪਿਆ। ਸਤਸੰਗਤ ਜੀ ਸਭ ਕੁਝ ਹੀ। ਕਹਿਣ ਨੂੰ ਤੇ ਆਪਣੇ ਆਪ ਨੂੰ ਕਵਾਂਗੇ ਕਿ ਅਸੀਂ ਬੜੇ ਪਵਿੱਤਰ ਹਾਂ, ਅਸੀਂ ਨਿਰਮਲ ਹਾਂ, ਅਸੀਂ ਧੋਤੇ ਹੋਏ ਹਾਂ। ਸਤਿਗੁਰੂ ਜੀ ਕਹਿਣਗੇ ਭਲਿਆ ਝਾਤੀ ਮਾਰ, ਜੇ ਅਜੇ ਈਰਖਾ ਨਿੰਦਾ ਚੁਗਲੀ ਦਵੈਸ਼ ਇਹ ਨਹੀਂ ਛੱਡੀ ਤੇ ਮੈਲ ਲੱਗੀ ਆ। ਜੇ ਅਜੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸਿਆ ਹੋਇਆ ਤੇ ਮੈਲ ਲੱਗੀ ਆ। ਤੇ ਸਾਰੀ ਮੈਲ ਕੇਵਲ ਨਾਮ ਦੇ ਨਾਲ ਧੁੱਪਦੀ ਹੈ, ਕੇਵਲ ਨਾਮ ਦੇ ਨਾਲ। ਉਦੋਂ ਧੁੱਪੇਗੀ ਜਦੋਂ ਸਾਡੇ ਹਿਰਦੇ 'ਚ ਨਾਮ ਵਸ ਜਾਵੇਗਾ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਅਕਾਲ ਪੁਰਖ ਪਰਮਾਤਮਾ ਨੂੰ ਹਿਰਦੇ 'ਚ ਵਸਾਉਣ ਦਾ ਕੀ ਲਾਭ ਹੈ? ਸਭ ਮਲ ਖੋਈ, ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ। ਸਤ ਸੰਗਤ ਜੀ, ਸਿਮਰਤ ਸਿਮਰਨ ਜਿਹੜਾ ਹੈ ਨਾ, ਇਹਦੇ ਸਿਰ ਤੇ ਸਾਰੀ ਖੇਡ ਹੈ। ਆਪਾਂ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਪੜ੍ਹਦੇ ਹਾਂ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੇ। ਖੇਡ ਸਿਮਰਨ ਦੀ ਹੈ ਕਿ ਸਾਡੇ ਹਿਰਦੇ 'ਚ ਚੱਲ ਕੀ ਰਿਹਾ ਹੈ। ਜੇ ਮਾਇਆ ਮਾਇਆ ਕਰਦਿਆਂ ਸਵਾਸ ਨਿਕਲ ਗਏ, ਪੂਰੇ ਹੋ ਗਏ, ਤੇ ਸੱਪ ਦੀ ਜੂਨ ਮਿਲਣੀ ਸੱਪ ਦੀ। ਇਹ ਪੂਰੇ ਸ਼ਬਦ ਸਤਿਗੁਰਾਂ ਜੀ ਨੇ ਸਮਝਾਇਆ ਕਿ ਜੇ ਘਰ ਵੱਲ ਸੋਚਦਾ ਚਲੇ ਗਿਆ ਤੇ ਹੋ ਸਕਦਾ ਹੈ ਤੈਨੂੰ ਪ੍ਰੇਤ ਦੀ ਜੂਨ ਮਿਲ ਜਾਵੇ। ਜੇ ਧੀਆਂ ਪੁੱਤਾਂ ਦਾ ਹੀ ਖਿਆਲ ਤੇਰੇ ਮਨ 'ਚ ਰਿਹਾ ਤੇ ਹੋ ਸਕਦਾ ਹੈ ਤੂੰ ਸੂਰ ਦੀ ਜੂਨੇ ਪੈ ਜਾਵੇਂ। ਤੇ ਜੇ ਇਸਤਰੀ ਵੱਲ ਤੇਰਾ ਧਿਆਨ ਚਲਿਆ ਗਿਆ ਤੇ ਹੋ ਸਕਦਾ ਹੈ ਤੈਨੂੰ ਵੇਸਵਾ ਦੀ ਜੂਨ ਮਿਲ ਜਾਵੇ। ਪਰ ਅਖੀਰ 'ਚ ਸਤਿਗੁਰੂ ਜੀ ਸਮਝਾਉਂਦੇ ਕਿ ਭਲਿਆ ਜੇ ਪਰਮਾਤਮਾ ਦੇ ਵੱਲ ਤੇਰਾ ਧਿਆਨ ਹੋਵੇਗਾ ਨਾ ਤੇ ਤੈਨੂੰ ਮੁਕਤੀ ਮਿਲ ਜਾਣੀ ਹੋ। ਖੇਡ ਸਾਰੀ ਸਿਮਰਨ ਦੀ ਹੈ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਜਦੋਂ ਸਿਮਰਨ ਪਰਮਾਤਮਾ ਦਾ ਹਿਰਦੇ 'ਚ ਚੱਲਦਾ ਹੈ ਤੇ ਸਾਰੀ ਮੈਲ ਦੂਰ ਹੁੰਦੀ ਹੈ ਜੀ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਗੁਰਬਾਣੀ ਗੁਣਾਂ ਦਾ ਖਜ਼ਾਨਾ ਹੈ। ਗੁਰਬਾਣੀ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੈ। ਇਹ ਗੁਣ ਨਿਧਾਨ ਹੈ। ਗੁਣ ਨਿਧਾਨ ਤੇ ਕਿਹਨਾਂ ਦੇ ਲਈ ਆ? ਭਗਤਨ ਕੋ ਬਰਤਨ। ਭਗਤਨ ਬਹੁ ਵਚਨ ਹੈ। ਗੁਰੂ ਦੀਆਂ ਪਿਆਰੀਆਂ ਸੰਗਤਾਂ, ਸਿੱਖ, ਜਗਿਆਸੂ, ਜਿਹਦਾ ਵੀ ਅਕੀਦਾ ਹੈ ਗੁਰਬਾਣੀ ਦੇ ਉੱਤੇ, ਬਾਣੀ ਉਹਦੇ ਲਈ ਹੀ ਹੈ। ਲੋੜ ਹੈ ਸਾਨੂੰ ਵਰਤਨ ਦੀ, ਲੋੜ ਹੈ ਅਸੀਂ ਵਰਤਿਆ ਕਰੀਏ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਇਹ ਵਰਤਨ ਵਾਸਤੇ ਜੇ। ਗੁਰਬਾਣੀ ਦੇ ਅੰਦਰ ਜੋ ਵੀ ਬਖਸ਼ਿਸ਼ਾਂ ਸਤਿਗੁਰਾਂ ਜੀ ਨੇ ਕੀਤੀਆਂ ਨਾ, ਵਰਤਨ ਦੇ ਲਈ ਹੈ, ਵਰਤਿਆ ਕਰੀਏ। ਜਿਹੜੇ ਗੁਣ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੇ ਹਨ ਉਹ ਸਾਡੇ ਲਈ ਹਨ। ਉਹਨਾਂ ਦੇ ਨਾਲ ਸਾਂਝ ਪਾ ਲਈਏ, ਸਾਂਝ। ਅਸਲ ਦੇ ਵਿੱਚ ਸਤ ਸੰਗਤ ਜੀ, ਜਦੋਂ ਸਾਨੂੰ ਇਹ ਸਮਝ ਆ ਗਈ ਨਾ ਕਿ ਬਾਣੀ ਸਾਡੇ ਲਈ ਹੈ ਤੇ ਅਸੀਂ ਸੱਚਮੁੱਚ ਹੀ ਨਿਰਮਲ ਹੋ ਜਾਵਾਂਗੇ। ਸਾਡੀ ਮੈਲ ਧੁੱਪ ਜਾਵੇਗੀ, ਮੈਲ ਖੋਈ ਜਾਵੇਗੀ। ਜਰਾ ਝਾਤੀ ਦਿਓ ਇਤਿਹਾਸ ਵੱਲ ਸਮਝਣ ਦੇ ਲਈ ਟੂਕ ਮਾਤਰ ਇੱਕ ਸਾਖੀ ਦਾ ਸਹਾਰਾ ਲੈਂਦੇ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੁਲੰਬੇ ਦੀ ਧਰਤੀ ਤੇ ਜਾਂਦੇ ਹਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਦੇ ਨਾਲ ਵਿਚਾਰ ਕਰਦੇ ਕਿ ਮਰਦਾਨਿਆ, ਇੱਕ ਬੰਦਾ ਹੈ, ਉਹਦਾ ਬਾਹਰੀ ਜਿਹੜਾ ਲਿਬਾਸ ਆ ਨਾ ਉਹ ਸਾਧੂਆਂ ਵਾਲਾ ਹੈ। ਤੇ ਦੁਨੀਆ ਦੇ ਵਿੱਚ ਉਹ ਪ੍ਰਚਲਿਤ ਆ ਕਿ ਸ਼ਾਇਦ ਬੜੀ ਸੇਵਾ ਕਰਦਾ ਹੈ, ਕਿਉਂਕਿ ਮੰਦਿਰ ਵੀ ਬਣਾਇਆ ਹੈ, ਮਸਜਿਦ ਵੀ ਬਣਾਈ ਹੈ, ਆਏ ਗਏ ਦੇ ਲਈ ਸਰਾਂ ਵੀ ਬਣਾਈ ਹੈ, ਆਏ ਗਏ ਨੂੰ ਪ੍ਰਸ਼ਾਦਾ ਵੀ ਸਿਖਾਉਂਦਾ ਹੈ। ਪਰ ਅਸਲ ਦੇ ਵਿੱਚ ਮਰਦਾਨਿਆਂ ਉਹ ਸ਼ੈਤਾਨ ਹੈ, ਸ਼ੈਤਾਨ।
ਉਹ ਇਨਸਾਨ ਹੁੰਦਾ ਹੋਇਆ ਵੀ ਹਵਾਨ ਬਣ ਚੁੱਕਾ ਹੈ। ਜਿਹੜਾ ਉਹਦੇ ਜਾਲ 'ਚ ਫਸ ਜਾਂਦਾ ਹੈ ਉਹਨੂੰ ਮਾਰ ਕੇ ਖੂਹ 'ਚ ਸੁੱਟ ਦਿੰਦਾ ਹੈ ਜਾਂ ਮਿੱਟੀ ਦੇ ਵਿੱਚ ਨੱਪ ਦਿੰਦਾ ਹੈ, ਉਹਦੇ ਕੋਲੋਂ ਦੌਲਤ ਆਦਿਕ ਖੋਹ ਕੇ ਲੁੱਟ ਲੈਂਦਾ ਹੈ। ਭਾਈ ਮਰਦਾਨੇ ਨੇ ਕਿਹਾ, ਸਤਿਗੁਰੂ ਸਾਨੂੰ ਕੀ ਲੋੜ ਹੈ ਉੱਥੇ ਜਾਣ ਦੀ, ਆਪਾਂ ਐਵੇਂ ਜਾ ਕੇ ਕਿਸੇ ਦੇ ਜਾਲ 'ਚ ਫਸਣਾ ਹੈ। ਸਤਿਗੁਰੂ ਜੀ ਕਹਿੰਦੇ, ਨਹੀਂ ਮਰਦਾਨਿਆ, ਆਪਾਂ ਕਿਸੇ ਦੇ ਜਾਲ 'ਚ ਨਹੀਂ ਫਸਣਾ, ਸਗੋਂ ਜਾਲ ਦੇ ਵਿੱਚੋਂ ਸਾਰਿਆਂ ਨੂੰ ਕੱਢਣਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੁਲੰਬੇ ਦੀ ਧਰਤੀ ਤੇ ਚਲੇ ਗਏ। ਇੱਥੇ ਸਤ ਸੰਗਤ ਜੀ ਨਾਮ ਰੱਖਿਆ ਹੋਇਆ ਸੀ ਇਹਨੇ ਸੱਜਣ। ਇੱਕ ਇਹਦਾ ਭਤੀਜਾ ਸੀ ਜਿਹੜਾ ਇਹਦੇ ਨਾਲ ਸੀ, ਉਹਦਾ ਨਾਂ ਸੀ ਕੱਜਣ। ਇੱਕ ਇਹਨਾਂ ਔਰਤ ਆਪਣੇ ਜਾਲ 'ਚ ਫਸਾਈ ਹੋਈ ਸੀ, ਉਹਦਾ ਨਾਮ ਸੀ ਖੇਮਾ। ਖੇਮੀ ਕਰਕੇ ਆਉਂਦਾ ਇਤਿਹਾਸ ਦੇ ਵਿੱਚ। ਇਹਨਾਂ ਨੇ ਕੀ ਕਰਨਾ ਕਿ ਭੋਲੀ ਭਾਲੀ ਮਨੁੱਖਤਾ ਨੂੰ ਆਪਣੇ ਸਕੰਜੇ ਦੇ ਵਿੱਚ ਸ਼ਬਦਾਂ ਦਾ ਜਾਲ ਵਿਛਾ ਕਰਕੇ, ਲਿਬਾਸ ਦਾ ਜਾਲ ਵਿਛਾ ਕਰਕੇ ਤੇ ਫਸਾ ਲੈਂਦੇ ਸਨ ਤੇ ਲੁੱਟਦੇ ਸਨ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਹਦੀ ਬਣਾਈ ਹੋਈ ਸਰਾਂ ਦੇ ਵਿੱਚ ਚਲੇ ਗਏ। ਵੇਖ ਕੇ ਬੜਾ ਖੁਸ਼ ਹੋਇਆ ਕਿ ਇੰਨਾ ਨੂਰ, ਇੰਨਾ ਜਲਾਲ ਹੈ ਚਿਹਰੇ ਦਾ, ਇਹਨਾਂ ਦੇ ਕੋਲ ਇੰਨੀ ਮਾਇਆ ਹੋਵੇਗੀ ਕਿ ਮੇਰੀਆਂ ਸਾਰੀਆਂ ਭੁੱਖਾਂ ਹੀ ਦੂਰ ਹੋ ਜਾਣਗੀਆਂ। ਇਹਨਾਂ ਦੇ ਕੋਲ ਬੜਾ ਧਨ ਹੋਣਾ ਹੈ, ਕਿਉਂਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਜਗਮਗ ਨੂਰ ਭਰਿਆ ਸੀ। ਤੇ ਜਦੋਂ ਦਰਸ਼ਨ ਹੁੰਦੇ ਸਨ ਸਤ ਸੰਗਤ ਜੀ, ਦਰਸ਼ਨ ਕਰਦਿਆਂ ਹੀ ਮਨੁੱਖ ਲੁਭਾਇਮਾਨ ਹੋ ਜਾਂਦਾ ਸੀ, ਖਿੱਚਿਆ ਜਾਂਦਾ ਸੀ, ਖਿੱਚ ਪੈਂਦੀ ਸੀ। ਇਹ ਸੋਚਦਾ ਕਿ ਇਹਨਾਂ ਦੇ ਕੋਲ ਧਨ ਬੜਾ ਹੈ, ਮਾਇਆ ਬੜੀ ਹੈ, ਕਿਉਂ ਨਾ ਇਹਨਾਂ ਨੂੰ ਵੀ ਲੁੱਟਣ ਦਾ ਯਤਨ ਕੀਤਾ ਜਾਵੇ। ਸਭ ਤੋਂ ਪਹਿਲਾਂ ਇਹਨੇ ਸਤ ਸੰਗਤ ਜੀ ਉਹ ਜਿਹੜੀ ਖੇਮੀ ਸੀ ਨਾ, ਖੇਮਾ, ਉਹਨੂੰ ਭੇਜਿਆ ਤੇ ਉਹਨੇ ਕੀ ਕੀਤਾ ਹੈ, ਦੁੱਧ ਦੇ ਵਿੱਚ ਜ਼ਹਿਰ ਮਿਲਾ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਲੈ ਕੇ ਗਈ ਹੈ। ਜਦੋਂ ਦੁੱਧ ਦੇ ਵਿੱਚ ਜ਼ਹਿਰ ਮਿਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਲੈ ਕੇ ਗਈ, ਬੇਨਤੀ ਕੀਤੀ ਬੜੇ ਪਿਆਰ ਦੇ ਨਾਲ ਕਿ ਆਪ ਜੀ ਛਕਣਾ ਕਰੋ, ਤੁਹਾਡੇ ਲਈ ਅਸੀਂ ਦੁੱਧ ਲੈ ਕੇ ਆਏ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ, ਖੇਮੀਏ ਵੇਖੀ ਕਿਤੇ ਉਹਦੇ ਚੋਂ ਤੇ ਨਹੀਂ ਬਚਿਆ ਜਿਹੜਾ ਅੱਜ ਤੋਂ 1 ਸਾਲ ਪਹਿਲਾਂ ਤੂੰ ਆਪਣੇ ਪਤੀ ਨੂੰ ਪਿਆਇਆ ਸੀ। ਕਿਉਂਕਿ ਇਹਨੇ ਨਾ ਆਪਣੇ ਪਤੀ ਨੂੰ ਮਾਇਆ ਦੇ ਲਾਲਚ ਦੇ ਵਿੱਚ ਆ ਕੇ ਨਾ ਜ਼ਹਿਰ ਦੇ ਕੇ ਮਾਰ ਦਿੱਤਾ ਸੀ, ਤੇ ਆਪ ਉਹ ਜਿਹੜਾ ਕੱਜਣ ਤੇ ਸੱਜਣ ਸੀ ਨਾ, ਉਹਨਾਂ ਦੀ ਸੰਗਤ ਦੇ ਵਿੱਚ ਚਲੀ ਗਈ ਸੀ। ਸਤਿਗੁਰੂ ਜੀ ਕਹਿੰਦੇ, ਖੇਮੀਏ ਵੇਖੀ ਕਿਤੇ ਉਹੀ ਦੁੱਧ ਤੇ ਨਹੀਂ ਜਿਹੜਾ ਅੱਜ ਤੋਂ 1 ਸਾਲ ਪਹਿਲਾਂ ਤੂੰ ਆਪਣੇ ਪਤੀ ਨੂੰ ਪਿਆਇਆ ਸੀ। ਤੇ ਇੱਕਦਮ ਪੈਰਾਂ ਤੋਂ ਹਿੱਲ ਗਈ, ਸਰੀਰ ਸਾਰਾ ਜਿਹੜਾ ਸੀ ਨਾ ਉਹ ਡੋਲ ਗਿਆ ਕਿ ਇਹਨਾਂ ਨੂੰ ਕਿੱਦਾਂ ਪਤਾ ਹੈ, ਮੇਰੀ ਕੀਤੀ ਹੋਈ ਕਰਤੂਤ ਦਾ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ। ਬੰਦੇ ਤੋਂ ਤੇ ਛੁਪਾ ਸਕਦੇ ਹਾਂ, ਪਰ ਸਾਡੀਆਂ ਕਰਤੂਤਾਂ ਰੱਬ ਤੋਂ ਨਹੀਂ ਲੁਕੀਆਂ। ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਕਹਿੰਦੇ, ਖੇਮੀਏ ਇਹ ਉਹੀ ਦੁੱਧ ਤੇ ਨਹੀਂ। ਸਤ ਸੰਗਤ ਜੀ ਦੁੱਧ ਵਾਪਸ ਲੈ ਗਈ, ਬੋਲਿਆ ਹੀ ਕੁਝ ਨਹੀਂ ਗਿਆ। ਜਾ ਕੇ ਸੱਜਣ ਨੂੰ ਕਹਿੰਦੀ, ਅੱਜ ਕੋਈ ਆਪਾਂ ਨੂੰ ਤਾਰਨ ਵਾਸਤੇ ਕੋਈ ਮਹਾਂਪੁਰਸ਼ ਆਇਆ ਆਪਣੀ ਸਰਾਂ ਦੇ ਵਿੱਚ, ਆਪਣੇ ਕੀਤੇ ਹੋਏ ਪਾਪਾਂ ਨੂੰ ਬਖਸ਼ਵਾ ਲਈਏ, ਆਪਣੇ ਕੀਤੇ ਹੋਏ ਪਾਪਾਂ ਨੂੰ ਬਖਸ਼ਵਾ ਲਈਏ। ਤੇ ਸੱਜਣ ਕਹਿੰਦਾ ਹੈ, ਤੂੰ ਰਹਿ ਗਈ ਨਾ ਜਨਾਨੀ ਦੀ ਜਨਾਨੀ, ਗੱਲਾਂ ਦੇ ਵਿੱਚ ਫਸ ਗਈਆਂ, ਗੱਲਾਂ ਦੇ ਵਿੱਚ ਮੈਂ ਜਾਣਾ, ਮੈਂ ਵੇਖੀ ਕਿੱਦਾਂ ਮੈਂ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ। ਇਹਨੇ ਸਤ ਸੰਗਤ ਜੀ ਥਾਲ ਦੇ ਵਿੱਚ ਭੋਜਨ ਪਾਇਆ। ਭੋਜਨ 2 ਥਾਲ ਪਰੋਸੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ, ਭਾਈ ਮਰਦਾਨੇ ਦੇ ਲਈ, ਤੇ ਇਹਨੇ ਭੋਜਨ 'ਚ ਜ਼ਹਿਰ ਮਿਲਾ ਲਿਆ। ਭੋਜਨ 'ਚ ਜ਼ਹਿਰ ਮਿਲਾ ਕੇ ਸਤਿਗੁਰਾਂ ਜੀ ਦੇ ਪਾਸ ਲੈ ਕੇ ਗਿਆ, ਛਕਣ ਦੇ ਲਈ ਬੇਨਤੀ ਕੀਤੀ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਤੇਰਾ ਨਾਮ ਕੀ ਆ? ਕਹਿੰਦਾ, ਸਤਿਗੁਰੂ ਜੀ ਮੇਰਾ ਨਾਮ ਮੇਰੀ ਮਾਂ ਨੇ ਸੱਜਣ ਰੱਖਿਆ, ਸੱਜਣ। ਸਤਿਗੁਰੂ ਜੀ ਕਹਿੰਦੇ, ਨਾਮ ਤੇ ਬੜਾ ਸੋਹਣਾ ਹੈ, ਕੰਮ ਵੀ ਤੇਰੇ ਸੱਜਣਾ ਵਾਲੇ ਆ। ਬੜਾ ਖੁਸ਼ ਹੋਇਆ, ਗੱਲ ਬਣੀ ਲਓ।
ਇੱਥੇ ਫਸ ਗਏ ਸ਼ਬਦਾਂ ਦੇ ਜਾਲ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਭੋਜਨ ਛਕਣ ਤੋਂ ਪਹਿਲਾਂ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਅਰਦਾਸ ਬੇਨਤੀ ਕਰਨੀ ਜ਼ਰੂਰੀ ਹੈ, ਸ਼ੁਕਰਾਨਾ ਕਰਨਾ ਜ਼ਰੂਰੀ ਹੈ। ਕਿਉਂ ਨਾ ਆਪਾਂ ਮਿਲ ਕੇ ਰੱਬ ਦੀ ਉਸਤਤ ਕਰ ਲਈਏ। ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਤੂੰ ਰਬਾਬ ਛੇੜ, ਗੁਰਬਾਣੀ ਆਈ ਹੈ। ਸੱਜਣ ਵੀ ਝੂਠਾ ਮੂਠਾ ਚੌਂਕੜਾ ਲਾ ਕੇ ਬੈਠ ਗਿਆ। ਪਰ ਗੁਰਮੁਖੋ ਜਦੋਂ ਕਿਰਪਾ ਵਰਤਦੀ ਆ ਨਾ, ਜਦੋਂ ਕਿਰਪਾ ਵਰਤਦੀ ਆ, ਉਦੋਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਠੱਗਾਂ ਨੂੰ ਵੀ ਸੱਜਣ ਬਣਾ ਦਿੰਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਰਪਾ ਵਰਤਾਈ, ਸ਼ਬਦ ਗਾਇਨ ਕੀਤਾ। ਉਜਲ ਕਹਿਆ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰਾਂ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ ਕਿ ਭਲਿਓ ਜਿਹੜੀਆਂ ਮਹਿਲ ਮਾੜੀਆਂ ਆਪਣੇ ਮਾਲਕ ਤੋਂ ਸਖਣੀਆਂ ਰਹਿ ਜਾਂਦੀਆਂ ਨਾ, ਜਿਨ੍ਹਾਂ ਦੇ ਵਿੱਚ ਝਾੜੂ ਪੋਚਾ ਨਹੀਂ ਲੱਗਦਾ, ਉਹ ਢੱਠੀਆਂ ਕਿਸੇ ਕੰਮ ਨਹੀਂ ਆਉਂਦੀਆਂ। ਸਿਮਲ ਰੁੱਖ ਦੀ ਆਸ ਕਰਕੇ ਪੰਛੀ ਆਉਂਦੇ ਹਨ, ਪਰ ਉਹ ਨਿਰਾਸ਼ੇ ਵਾਪਸ ਮੁੜ ਜਾਂਦੇ ਹਨ, ਉੱਥੇ ਤੇ ਫਲ ਹੈ ਹੀ ਕੋਈ ਨਹੀਂ। ਬੰਗਲਾ ਤੇ ਹੰਸ ਦੋਨਾਂ ਦਾ ਸਰੀਰ ਰੂਪੀ ਜਿਹੜਾ ਆਕਾਰ ਇੱਕ ਜਿਹਾ ਹੈ, ਪਰ ਦੋਨਾਂ ਦੀ ਬਿਰਤੀ 'ਚ ਫਰਕ ਹੈ। ਬੰਗਲਾ ਡੱਡੀ ਭਾਲਣ ਜਾਂਦਾ ਹੈ, ਡੱਡੀ ਮੱਛੀ ਖਾਣ ਜਾਂਦਾ ਹੈ, ਪਰ ਜਿਹੜਾ ਹੰਸ ਹੈ ਨਾ, ਉਹ ਹੀਰੇ ਮੋਤੀ ਚੁਗਣ ਜਾਂਦਾ ਹੈ। ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ। ਤੇ ਜਦੋਂ ਸਮਝ ਗਿਆ, ਜਦੋਂ ਸੁਣ ਲਿਆ, ਆਰੰਭਤਾ ਕੀਤੀ ਸੀ ਕਿ ਵਰਤਨ ਦੇ ਲਈ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਕਿੰਨਾਂ ਦੇ ਲਈ? ਅਸੀਂ ਆਪ ਵਰਤਣੇ ਹਨ। ਸਾਖੀਆਂ ਸੁਣੀਆਂ, ਸਾਖੀਆਂ ਦਾ ਨਿਚੋੜ ਕੱਢਿਆ ਕਰੀਏ ਕਿ ਕਿਰਪਾ ਕਿੱਦਾਂ ਵਰਤੇ। ਸਤ ਸੰਗਤ ਜੀ, ਜਿਹੜਾ ਸੱਜਣ ਸੀ ਨਾ, ਝੂਠਾ ਸੱਜਣ, ਉਹਨੇ ਸੋਚਿਆ ਕਿ ਇਹ ਜੋ ਪਾਵਨ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਨਾ, ਇਹ ਮੇਰੇ ਲਈ ਹੋ ਰਹੇ ਹਨ, ਇਹ ਮੇਰੇ ਲਈ ਹੋ ਰਹੇ ਹਨ, ਇਹ ਮੈਨੂੰ ਹੀ ਸਮਝਾਇਆ ਜਾ ਰਿਹਾ ਹੈ। ਜਦੋਂ ਉਹਦੇ ਮਨ ਦੀ ਬਿਰਤੀ ਬਣ ਗਈ ਕਿ ਇਹ ਮੇਰੇ ਲਈ ਹੈ, ਕਿਸੇ ਹੋਰ ਲਈ ਨਹੀਂ, ਇਹ ਮੇਰੇ ਲਈ ਹੈ, ਮੇਰੇ ਲਈ। ਸਤ ਸੰਗਤ ਜੀ, ਆਪਾਂ ਵੀ ਇਹ ਬਿਰਤੀ ਬਣਾਈਏ। ਜੋ ਵੀ ਗੁਰਬਾਣੀ ਦੇ ਅੰਦਰ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ, ਉਹ ਕਿਸੇ ਹੋਰ ਲਈ ਨਹੀਂ ਜੇ, ਉਹ ਸਾਡੇ ਆਪਣੇ ਲਈ ਜੇ। ਅਸੀਂ ਹਰ ਇੱਕ ਗੁਰੂ ਦਾ ਪਿਆਰਾ, ਸੰਗਤਾਂ, ਸਿੱਖ, ਜਗਿਆਸੂ ਇਹ ਸੋਚਿਆ ਕਰੀਏ ਕਿ ਸਤਿਗੁਰੂ ਜੀ ਨੇ ਸਾਡੇ ਲਈ ਬਚਨ ਕੀਤੇ ਹਨ। ਇਹਨੇ ਜਿਹੜਾ ਸਤ ਸੰਗਤ ਜੀ ਠੱਗ ਸੀ, ਠੱਗ ਏਡਾ ਵੱਡਾ ਦਰਿੰਦਾ ਕਿ ਸਤ ਸੰਗਤ ਜੀ ਖਤਮ ਕਰਕੇ ਖੂਹ 'ਚ ਸੁੱਟ ਦੇਣਾ, ਮਿੱਟੀ 'ਚ ਨੱਪ ਦੇਣਾ, ਧੀਆਂ ਭੈਣਾਂ ਦੀ ਬੇਅਦਬੀ ਕਰਨੀ, ਪੱਤ ਲੁੱਟਣੀ, ਕਿੱਡਾ ਵੱਡਾ ਦਰਿੰਦਾ ਹੋਵੇਗਾ, ਕਿੰਨਾ ਵੱਡਾ ਇਹਦੇ ਅੰਦਰ ਪਾਪ ਹੋਵੇਗਾ, ਕਿੱਡਾ ਵੱਡਾ ਇਹ ਪਾਪੀ ਹੈ। ਪਰ ਜਦੋਂ ਇਹਨੂੰ ਪਤਾ ਲੱਗਾ ਨਾ ਕਿ ਬਚਨ ਮੇਰੇ ਲਈ ਹਨ, ਇਹ ਪਾਵਨ ਪਵਿੱਤਰ ਸ਼ਬਦ ਮੇਰੇ ਲਈ ਹੈ, ਜਦੋਂ ਇਹਦੀ ਅੰਦਰ ਦੀ ਬਿਰਤੀ ਬਣ ਗਈ, ਭਾਂਡਾ ਬਣ ਗਿਆ ਨਾ, ਤੇ ਸਤਿਗੁਰਾਂ ਜੀ ਦੇ ਚਰਨਾਂ 'ਚ ਡਿੱਗ ਪਿਆ। ਕਹਿੰਦਾ, ਸੱਚੇ ਪਾਤਸ਼ਾਹ, ਤੁਸੀਂ ਤੇ ਮੇਰੀ ਅਵਸਥਾ ਨੂੰ ਹੀ ਬਿਆਨ ਕਰ ਦਿੱਤਾ ਹੈ, ਤੁਸੀਂ ਤੇ ਸਭ ਕੁਝ ਜਾਣਦੇ ਹੋ, ਕਿਰਪਾ ਕਰੋ ਹੁਣ ਬਖਸ਼ ਲਿਆ ਜੇ, ਕਿਰਪਾ ਕਰੋ ਹੁਣ ਬਖਸ਼ ਲਿਆ ਜੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਉੱਠ, ਹੁਣ ਤੂੰ ਸੱਜਣ ਬਣ ਗਿਆ, ਸੱਜਣ, ਹੁਣ ਤੂੰ ਸੱਚਮੁੱਚ ਸੱਜਣ ਬਣ ਗਿਆ। ਕਿਉਂ? ਕਿਉਂਕਿ ਤੂੰ ਸਮਝ ਲਿਆ ਕਿ ਬਾਣੀ ਮੇਰੇ ਲਈ ਹੈ। ਅਸੀਂ ਨਹੀਂ ਸਮਝਦੇ, ਅਸੀਂ ਦੂਸਰਿਆਂ ਨੂੰ ਸੁਣਾਉਣ ਦਾ ਯਤਨ ਕਰਦੇ ਹਾਂ। ਅਸੀਂ ਦੂਸਰਿਆਂ ਨੂੰ ਕਹਿੰਨੇ, ਭਾਈ ਤੂੰ ਆਹ ਕਰ ਲਾ, ਇੰਜ ਕਰ ਲਾ, ਇੰਜ ਕਰਿਆ ਕਰ, ਇੰਜ ਜਿਹੜਾ ਠੀਕ ਆ, ਇੰਜ ਗਲਤ ਆ। ਪਰ ਕਦੀ ਅਸੀਂ ਆਪਣੇ ਤੇ ਨਹੀਂ ਢਾਲਿਆ। ਇਹਨੇ ਆਪਣੇ ਤੇ ਢਾਲਿਆ ਸੀ ਤੇ ਬਖਸ਼ਿਆ ਗਿਆ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਭਲਿਆ ਜਿਹੜਾ ਧਨ ਇਕੱਠਾ ਕੀਤਾ ਇਹਨਾਂ ਠੱਗੀਆਂ ਮਾਰ ਮਾਰ ਕੇ, ਸੱਚਮੁੱਚ ਹੀ ਹੁਣ ਸੰਗਤ ਦੀ ਸੇਵਾ ਚਲਾ ਦੇ। ਆ ਜਿਹੜਾ ਮੰਦਿਰ ਤੇ ਮਸਜਿਦ ਬਣਾਈ ਉਹਨਾਂ ਠੱਗਣ ਦੇ ਲਈ, ਹੁਣ ਇਹ ਠੱਗਣ ਦੇ ਲਈ ਨਾ ਰੱਖੀ, ਇਹਨਾਂ ਦੇ ਵਿੱਚ ਸੱਚਮੁੱਚ ਹੀ ਪ੍ਰਮਾਤਮਾ ਦੀ ਉਸਤਤ ਹੋਵੇ। ਆ ਜਿਹੜੀ ਸਰਾਂ ਤੂੰ ਜਾਲ ਵਿਛਾਉਣ ਦੇ ਲਈ ਬਣਾਈ ਆ ਨਾ, ਹੁਣ ਜਾਲ ਵਿਛਾਉਣ ਦੇ ਲਈ ਨਾ ਬਣਾਈ, ਆਇਆ ਗਿਆ ਇਹਦੀ ਸਹਾਇਤਾ ਲੈ ਸਕੇ, ਇੱਥੇ ਆਰਾਮ ਕਰ ਸਕੇ, ਇਸ ਅਸੂਲ ਨੂੰ ਪੱਕਾ ਰੱਖੀ। ਸਤ ਸੰਗਤ ਜੀ, ਸਤਿਗੁਰਾਂ ਜੀ ਨੇ ਥਾਪੜਾ ਦਿੱਤਾ ਤੇ ਇਹ ਠੱਗ ਵੀ ਜਿਹੜਾ ਸੀ ਨਾ, ਗੁਰੂ ਘਰ ਦਾ ਪ੍ਰਚਾਰਕ ਬਣ ਗਿਆ।
ਕਿਉਂ? ਕਿਉਂਕਿ ਇਹਨੇ ਸਮਝਿਆ ਬਾਣੀ ਮੇਰੇ ਲਈ ਹੈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਇਹ ਬਾਣੀ ਵਰਤਨ ਦੇ ਲਈ ਹੈ, ਵਰਤਿਆ ਕਰੋ। ਸਾਨੂੰ ਪਤਾ ਹੈ ਕਿ ਬਾਣੀ ਦੇ ਵਿੱਚ ਝੂਠ ਬੋਲਣ ਤੋਂ ਸਾਨੂੰ ਵਰਜਿਆ ਹੈ, ਪਰ ਅਸੀਂ ਵਰਤਦੇ ਹੀ ਨਹੀਂ। ਵਰਤੀਏ ਸਤਸੰਗ ਜੀ। ਸਾਨੂੰ ਪਤਾ ਹੈ ਬਾਣੀ ਸਾਨੂੰ ਕਹਿੰਦੀ ਭਲਿਓ ਕ੍ਰੋਧ ਨਾ ਕਰਿਆ ਕਰੋ, ਗੁੱਸਾ ਮਨ ਤੇ ਨਾ ਹੰਢਾਇਆ ਕਰੋ। ਅਸੀਂ ਸ਼ਬਦ ਵਰਤਿਆ ਕਰੀਏ, ਪੰਕਤੀਆਂ ਵਰਤਿਆ ਕਰੀਏ। ਜਦੋਂ ਵਰਤਾਂਗੇ ਨਾ ਫਿਰ ਸਾਡੀ ਸਾਰੀ ਮੈਲ ਦੂਰ ਹੋਣੀ ਹੈ ਜੀ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਤੇ ਆਪਣੇ ਮਨ ਨੂੰ ਸਮਝਾਈਏ, ਆਪਣੇ ਆਪ ਨੂੰ, ਮੇਰਿਆ ਮਨਾ ਜਪ, ਜਪਿਆ ਕਰ ਕਿਨੂੰ? ਗੁਰ ਗੋਪਾਲ, ਉਸ ਅਕਾਲ ਪੁਰਖ ਪਰਮਾਤਮਾ ਨੂੰ ਜੋ ਧਰਤੀ ਦਾ ਪਾਲਣਹਾਰ ਹੈ। ਪ੍ਰਭ ਸੋਈ, ਉਹਦੀ ਉਸਤਤ ਕਰਿਆ ਕਰ, ਉਹਦਾ ਨਾਮ ਜਪਿਆ ਕਰ। ਇਹ ਆਪਣੇ ਮਨ ਨੂੰ ਕਹਿਣਾ ਹੈ। ਸਤ ਸੰਗਤ ਜੀ, ਆਪਾਂ ਵੀ ਮਨ ਨੂੰ ਕਹੀਏ, ਮਨਾ ਖਿੱਚ ਤਿਆਰੀ 2 ਮਿੰਟ ਦੀ ਹਾਜ਼ਰੀ ਲਵਾਈਏ। ਵਾਹਿਗੁਰੂ ਗੁਰੂ ਮੰਤਰ ਨੂੰ ਸਾਰੀ ਸੰਗਤ ਮਿਲ ਕੇ ਦ੍ਰਿੜ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਮੇਰਿਆ ਮਨਾ ਜਪ ਜਾ ਕੀ ਸ਼ਰਨ ਪਿਆ ਸੁਖ ਪਾਈਐ।
ਬਹੁੜ ਦੁਖ ਨਾ ਹੋਈ। ਜਿਹਦੀ ਸ਼ਰਨ ਦੇ ਵਿੱਚ ਜਾਣ ਦੇ ਸਦਕਾ ਸਤਿਗੁਰ ਆਇਓ ਸ਼ਰਨ ਤੁਮਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਾਂ ਕੀ ਸ਼ਰਨ ਪਿਆ ਸੁਖ ਪਾਈਏ, ਸਦੀਵੀ ਸੁਖ ਦੋ ਔਂਕੜ ਹਨ। ਬਹੁੜ ਦੁੱਖ ਨਾ ਹੋਈ, ਦੁਬਾਰਾ ਦੁੱਖ ਫਿਰ ਨੇੜੇ ਵੀ ਨਹੀਂ ਆਉਂਦੇ ਹਨ ਜੀ। ਰਹਾਓ ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਗੁਰੂ ਦੀ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਤੇ ਜਦੋਂ ਮਿਲ ਗਈ ਦੁਰਮਤ ਖੋਈ, ਦੁਰਮਤ ਹੈ ਭੈੜੀ ਮਤ, ਇਹ ਦੂਰ ਹੁੰਦੀ ਹੈ ਜੀ। ਤਿਨ ਕੀ ਧੂਰ ਨਾਨਕ ਦਾਸ ਬਾਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਏਦਾਂ ਹੁੰਦਾ ਹੈ ਜਦੋਂ ਪਤਾ ਲੱਗਾ ਕਿ ਭੈੜੀ ਮਤ ਦੂਰ ਹੋ ਜਾਂਦੀ ਸੰਗਤ ਕੀਤਿਆਂ। ਜਿਹਨੂੰ ਪਤਾ ਲੱਗਾ, ਸਤਿਗੁਰੂ ਜੀ ਨੇ ਦੱਸਿਆ ਕਿ ਭਾਈ ਗੁਰੂ ਦੇ ਪਿਆਰਿਆਂ ਦੀ ਰੰਗਿਆਂ ਹੋਇਆਂ ਦੀ ਜਦੋਂ ਸੰਗਤ ਕਰੋਗੇ ਨਾ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ। ਤੇ ਮਨ ਨੇ ਕਿਹਾ ਮਨਾ ਢਿੱਲ ਕਿਉਂ ਕਰਦਾ ਹੈ, ਯਤਨ ਕਰ। ਤੇ ਕਿਹੜਾ ਯਤਨ, ਕਿਹੜਾ ਯਤਨ ਕੀਤਿਆਂ ਮਿਲਦੀ ਹੈ? ਅਰਦਾਸ ਬੇਨਤੀ ਤਰਲਾ ਕਿਹਦੇ ਅੱਗੇ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੱਗੇ। ਕਿ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤਿਨ ਕੀ ਧੂਰ ਨਾਨਕ ਦਾਸ ਬਾਸ਼ੈ। ਇਹ ਨਿਮਰਤਾ ਹੈ ਸਤਿਗੁਰਾਂ ਜੀ ਦੀ, ਜਿਹੜੇ ਰੰਗੇ ਹੋਏ ਹਨ, ਜਿਨ੍ਹਾਂ ਦੇ ਕੋਲ ਨਾਮ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਤੇ ਭਾਈ ਅਸੀਂ ਵੀ ਲੋਚਦੇ ਹਾਂ। ਤਿਨ ਕੀ ਧੂਰ ਨਾਨਕ ਦਾਸ ਬਾਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਾਇਆ, ਉਹਨਾਂ ਦੇ ਚਰਨਾਂ ਦੀ ਧੂੜ ਮੰਗਿਆ ਕਰੀਏ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੈ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਕਥਾ ਵਿਚਾਰ ਕਰਦੇ ਅਨੇਕਾਂ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ। ਸਤਿਗੁਰੂ ਜੀ ਕਰੋ ਕਿਰਪਾ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਦ ਦੇ ਰਾਖੇ ਆਪ। ਵਾਹਿਗੁਰੂ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਨਾਮ ਵਾਹਿਗੁਰੂ ਸਤਿਨਾਮ